ਸੁੱਖਾ ਸੁੱਖਦਿਆਂ ਨੂੰ ਸੁਲੱਖਣੀ ਘੜੀ ਆਈ। ਅਮਨ ਦੀ ਗੋਦ ਵਿੱਚ ਰੱਬ ਨੇ ਇੱਕ ਗੋਲ ਮਟੋਲ ਪਿਆਰੀ ਜਿਹੀ ਧੀ ਪਾਈ। ਸਾਰਾ ਪਰਿਵਾਰ ਬਹੁਤ ਖੁਸ਼ ਸੀ। ਸਿਮਰੋ ਨੇ ਚਾਈ ਧੀ ਲਈ ਦਾਬੜਾ ਬਣਾਇਆ। ਮਨ ਮਨੌਤੀਆਂ ਦੇ ਕੱਪੜੇ ਅਤੇ ਮਾਂ ਅਤੇ ਬੱਚੀ ਲਈ ਹੈਸੀਅਤ ਅਨੁਸਾਰ ਗਹਿਣੇ ਵੀ ਬਣਾਏ। ਸਾਰਾ ਨਿੱਕ ਸੁੱਖ ਇਕੱਠਾ ਕੀਤਾ ਅਤੇ ਧੀ ਦੇ ਘਰ ਪਹੁੰਚ ਗਏ। ਜਿਵੇਂ ਪਤੀ ਪਤਨੀ ਅਮਨ ਦੇ ਸਹੁਰੇ ਘਰ ਪੁੱਜੇ, ਉਸ ਦਾ ਸਹੁਰਾ ਜੋ ਵਿਹੜੇ ਵਿੱਚ ਬੈਠਾ ਸੀ ਬੋਲਿਆ, ਜੀ ਆਇਆਂ ਨੂੰ ਜੀ, ਬਹੁਤ ਬਹੁਤ ਵਧਾਈਆਂ ਹੋਣ, ਤੁਸੀਂ ਨਾਨਾ ਨਾਨੀ ਬਣ ਗਏ। ਫਿਰ ਉਹ ਹੱਸਦਾ ਹੋਇਆ ਬੋਲਿਆ, ਮੈਨੂੰ ਵੀ ਵਧਾਈਆਂ ਦਿਓ, ਮੈਂ ਵੀ ਤਾਂ ਦਾਦਾ ਬਣ ਗਿਆ। ਧਰਮ ਸਿੰਘ ਅਤੇ ਸਿਮਰੋ ਹੱਸ ਪਏ। ਧਰਮ ਸਿੰਘ ਨੇ ਕੁੜਮ ਨੂੰ ਕੁੱਟ ਕੇ ਜੱਫੀ ਪਾ ਲਈ ਅਤੇ ਕਿਹਾ, ਤੁਹਾਨੂੰ ਤਾਂ ਪਹਿਲਾਂ ਵਧਾਈਆਂ ਭਾਈ ਸਾਹਿਬ। ਸਿਮਰੋ ਅਤੇ ਧਰਮ ਸਿੰਘ ਉਸ ਨਾਲ ਜਿਵੇਂ ਹੀ ਅੰਦਰ ਦਾਖਲ ਹੋਏ ਤਾਂ ਬੱਚੇ ਦੀ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਸਿਮਰੋ ਦਾ ਦਿਲ ਕੀਤਾ ਉੱਡ ਕੇ ਅਮਨ ਦੇ ਕਮਰੇ ਵਿੱਚ ਜਾਵੇ ਅਤੇ ਬੱਚੀ ਨੂੰ ਗਲ ਨਾਲ ਲਾ ਲਵੇ, ਪਰ ਸਫ਼ਰ ਵਿੱਚੋਂ ਜਾਣ ਕਰਕੇ ਉਹ ਡਰਾਇੰਗ ਰੂਮ ਵਿੱਚ ਹੀ ਬੈਠ ਗਏ। ਚਾਹ ਪਾਣੀ ਪੀ ਕੇ ਹਟੇ ਤਾਂ ਧਰਮ ਸਿੰਘ ਅਤੇ ਸਿਮਰੋ ਧੀ ਨੂੰ ਮਿਲਣ ਲਈ ਉਸਦੇ ਕਮਰੇ ਵਿੱਚ ਚਲੇ ਗਏ। ਅਮਨ ਆਪਣੇ ਮਾਤਾ ਪਿਤਾ ਨੂੰ ਦੇਖ ਭਾਵੁਕ ਹੋ ਗਈ। ਉਹਨਾਂ ਦੋਹਾਂ ਨੇ ਧੀ ਨੂੰ ਗਲ ਨਾਲ ਲਾ ਕੇ ਪਿਆਰ ਦਿੱਤਾ। ਸਿਮਰੋ ਨੇ ਦੋਤੀ ਨੂੰ ਗੋਦ ਵਿੱਚ ਚੁੱਕਿਆ ਅਤੇ ਬੱਚੀ ਸਿਮਰੋ ਦੇ ਚਿਹਰੇ ਵੱਲ ਇੰਜ ਵੇਖਣ ਲੱਗੀ ਜਿਵੇਂ ਉਹ ਵਰ੍ਹਿਆਂ ਤੋਂ ਵਿਛੜੀ ਮਿਲੀ ਹੋਵੇ। ਸਿਮਰੋ ਨੇ ਪਿਆਰ ਨਾਲ ਦੋਤੀ ਨੂੰ ਸੀਨੇ ਨਾਲ ਲਾ ਲਿਆ। ਧਰਮ ਸਿੰਘ ਨੇ ਵੀ ਬੱਚੀ ਨੂੰ ਪਿਆਰ ਦਿੱਤਾ। ਫਿਰ ਉਹ ਬਾਅਦ ਦੁਪਹਿਰ ਵਾਪਸ ਪਿੰਡ ਨੂੰ ਪਰਤ ਆਏ। ਸਮਾਂ ਆਪਣੀ ਚਾਲ ਚੱਲਦੇ ਰਿਹਾ। ਇੱਕ ਦਿਨ ਤੜਕਸਾਰ ਹੁਕਮ ਸਿੰਘ ਨੂੰ ਪਾਠ ਕਰਦੇ ਹੋਏ ਅਚਾਨਕ ਹੀ ਜ਼ਬਰਦਸਤੀ ਪਸੀਨਾ ਆਇਆ। ਸਾਹ ਚੜ੍ਹਨ ਲੱਗ ਪਿਆ। ਉਸਨੇ ਬੜੀ ਮੁਸ਼ਕਲ ਨਾਲ ਪਰਮ ਨੂੰ, ਜੋ ਉਸਦੇ ਕੋਲ ਹੀ ਸੁੱਤਾ ਪਿਆ ਸੀ, ਆਵਾਜ਼ ਮਾਰੀ। ਪਰਮ ਅੱਬੜਵਾਏ ਉੱਠ ਕੇ ਬੋਲਿਆ, ਕੀ ਹੋਇਆ ਬਾਪੂ ਜੀ? ਹੁਕਮ ਸਿੰਘ ਤੋਂ ਕੁਝ ਵੀ ਬੋਲਿਆ ਨਾ ਗਿਆ। ਕੁਦਰਤੀ ਹੁਕਮ ਸਿੰਘ ਦੀ ਆਵਾਜ਼ ਸਿਮਰੋ ਦੇ ਕੰਨੀ ਪੈ ਗਈ। ਉਹ ਵੀ ਭੱਜ ਕੇ ਹੁਕਮ ਸਿੰਘ ਦੇ ਕਮਰੇ ਵਿੱਚ ਆਈ। ਹੁਕਮ ਸਿੰਘ ਦੀ ਹਾਲਤ ਦੇਖ ਉਸਦੇ ਹੋਸ਼ ਉੱਡ ਗਏ। ਹੁਕਮ ਸਿੰਘ ਪਸੀਨੇ ਨਾਲ ਭਿੱਜ ਚੁੱਕਾ ਸੀ। ਸਿਮਰੋ ਨੇ ਪਰਮ ਨੂੰ ਕਿਹਾ ਕਿ ਉਹ ਦੇਵ ਨੂੰ ਬੁਲਾ ਲਿਆਵੇ ਤਾਂ ਕਿ ਹੁਕਮ ਸਿੰਘ ਨੂੰ ਹਸਪਤਾਲ ਲਿਜਾਇਆ ਜਾ ਸਕੇ। ਪਰਮ ਛੇਤੀ ਨਾਲ ਜਾ ਕੇ ਦੇਵ ਨੂੰ ਬੁਲਾ ਲਿਆਇਆ। ਸਿਮਰੋ ਹੁਕਮ ਸਿੰਘ ਦੀ ਪਿੱਠ ਦੱਬ ਰਹੀ ਸੀ, ਪਰ ਹੁਕਮ ਸਿੰਘ ਨੇ ਇਸ਼ਾਰੇ ਨਾਲ ਉਸ ਨੂੰ ਪਿੱਠ ਦੱਬਣ ਤੋਂ ਮਨਾ ਕਰ ਦਿੱਤਾ। ਦੇਵ ਆ ਕੇ ਹੁਕਮ ਸਿੰਘ ਦੇ ਮੂਹਰੇ ਦਰਵਾਜ਼ੇ ਵਿੱਚ ਜਿਵੇਂ ਹੀ ਖੜਾ ਹੋਇਆ, ਹੁਕਮ ਸਿੰਘ ਨੇ ਉਸਦਾ ਹੱਥ ਫੜ ਕੇ ਜ਼ੋਰ ਨਾਲ ਖਿੱਚ ਕੇ ਦਰਵਾਜ਼ੇ ਤੋਂ ਪਾਸਾ ਕਰ ਦਿੱਤਾ ਅਤੇ ਅੱਖਾਂ ਅੱਡ ਕੇ ਇੱਕ-ਟਕ ਦਰਵਾਜ਼ੇ ਵੱਲ ਝਾਕਣ ਲੱਗਾ, ਜਿਵੇਂ ਉਹ ਕਿਸੇ ਨੂੰ ਨੀਚ ਨਾਲ ਨਿਹਾਰ ਰਿਹਾ ਹੋਵੇ। ਉਹ ਔਖੇ ਸੌਖੇ ਸਾਹ ਲੈ ਰਿਹਾ ਸੀ, ਜਿਵੇਂ ਕਿਸੇ ਸਾਹ ਨਾਲ ਵਾਹਿਗੁਰੂ ਦੀ ਆਵਾਜ਼ ਉਸਦੇ ਮੂੰਹ ਵਿੱਚੋਂ ਸੁਣਾਈ ਦੇ ਰਹੀ ਸੀ। ਕੁਝ ਕੁ ਪਲਾਂ ਵਿੱਚ ਹੀ ਭੌਰ ਉਡਾਰੀ ਮਾਰ ਗਿਆ। ਹੁਕਮ ਸਿੰਘ ਸਦਾ ਦੀ ਨੀਂਦ ਸੌ ਗਿਆ। ਘਰ ਵਿੱਚ ਰੋਣ ਪਿੱਟਣ ਪੈ ਗਿਆ, ਜਿਸ ਨਾਲ ਪੜੋਸ ਵੀ ਇਕੱਠਾ ਹੋ ਗਿਆ। ਦਿਨ ਚੜ੍ਹਦੇ ਨੂੰ ਚੰਨੀ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਸੁਨੇਹੇ ਭੇਜੇ ਦਿੱਤੇ ਗਏ। ਪਰਮ ਧਰਮ ਸਿੰਘ ਨੂੰ ਲੈਣ ਲਈ ਜਲੰਧਰ ਰਵਾਨਾ ਹੋ ਗਿਆ। ਸਿਮਰ ਨੂੰ ਅੱਜ ਇੰਜ ਲੱਗ ਰਿਹਾ ਸੀ ਜਿਵੇਂ ਉਹਦੇ ਘਰ ਦਾ ਜਿੰਦਰਾ ਉਸ ਤੋਂ ਕਿਸੇ ਨੇ ਖੋਹ ਲਿਆ ਹੋਵੇ। ਪਰਮ ਅਤੇ ਧਰਮ ਸਿੰਘ ਦੇ ਪਰਤਣ ਤੱਕ ਸਾਰੇ ਰਿਸ਼ਤੇਦਾਰ ਵੀ ਪੁੱਜ ਚੁੱਕੇ ਸਨ। ਸੰਸਕਾਰ ਦੀ ਤਿਆਰੀ ਧਰਮ ਸਿੰਘ ਦੇ ਆਉਣ ਤੋਂ ਪਹਿਲਾਂ ਹੀ ਕਰ ਲਈ ਸੀ, ਸੋ ਅੰਤਿਮ ਅਰਦਾਸ ਕਰਕੇ ਹੁਕਮ ਸਿੰਘ ਦਾ ਦਾਹ ਸੰਸਕਾਰ ਕੀਤਾ ਗਿਆ। ਰਿਸ਼ਤੇਦਾਰ ਆਪਣੇ ਪਿੰਡਾਂ ਨੂੰ ਪਰਤ ਗਏ ਸਨ। ਹੁਕਮ ਸਿੰਘ ਦੇ ਕਮਰੇ ਵਿੱਚ ਸੰਨਾਟਾ ਛਾਇਆ ਹੋਇਆ ਸੀ। ਘਰ ਵਿੱਚ ਬਹੁਤ ਹੀ ਗਮਗੀਨ ਮਾਹੌਲ ਸੀ। ਸਿਮਰੋ ਅਤੇ ਧਰਮ ਸਿੰਘ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਇੱਕ ਸੁਨਹਿਰੀ ਯੁੱਗ ਦਾ ਅੰਤ ਅੱਜ ਹੋ ਗਿਆ ਹੋਵੇ। ਹੁਕਮ ਸਿੰਘ ਦੇ ਦੁਨੀਆ ਤੋਂ ਕੂਚ ਕਰ ਜਾਣ ਤੋਂ ਬਾਅਦ ਘਰ ਵਿੱਚ ਇੱਕ ਵਾਰੀ ਫਿਰ ਤੋਂ ਸੰਨਾਟਾ ਜਿਹਾ ਪਸਰ ਗਿਆ। ਸਭ ਤੋਂ ਵੱਡੀ ਚੁਣੌਤੀ ਧਰਮ ਸਿੰਘ ਲਈ ਸੀ, ਕਿਉਂਕਿ ਹੁਕਮ ਸਿੰਘ ਭਾਵੇਂ ਮੰਜੇ 'ਤੇ ਹੀ ਬੈਠਾ ਰਹਿੰਦਾ ਸੀ, ਪਰ ਉਸਨੂੰ ਇਹ ਤਸੱਲੀ ਸੀ ਕਿ ਘਰ ਵਿੱਚ ਬਾਪੂ ਜੀ ਮੌਜੂਦ ਹੈ। ਇੰਨੇ ਬੜੇ ਘਰ ਵਿੱਚ ਹੁਣ ਸਿਰਫ ਮਾਂ ਪੁੱਤ ਮਤਲਬ ਸਿਮਰੋ ਅਤੇ ਪਰਮ ਹੀ ਰਹਿ ਗਏ ਸਨ। ਪਰਮ ਵੀ ਕਾਲਜ ਚਲਾ ਜਾਂਦਾ ਤਾਂ ਸਿਮਰੋ ਨੂੰ ਘਰ ਖਾਣ ਨੂੰ ਆਉਂਦਾ, ਪਰ ਕੀ ਕਰ ਸਕਦੀ ਸੀ ਉਹ? ਆਪਣੇ ਆਪ ਨੂੰ ਮਸ਼ਰੂਫ ਰੱਖਣ ਲਈ ਹਰ ਮੁਮਕਿਨ ਕੋਸ਼ਿਸ਼ ਕਰਦੀ। ਪਰਮ ਨੇ ਐਮ.ਏ ਕਰ ਲਈ ਸੀ। ਹੁਣ ਉਹ ਨੌਕਰੀ ਦੀ ਤਲਾਸ਼ ਵਿੱਚ ਸੀ। ਮਿਲਟਰੀ ਦੀ ਭਰਤੀ ਖੁੱਲ੍ਹੀ ਤਾਂ ਉਸਨੇ ਫਾਰਮ ਭਰ ਦਿੱਤਾ। ਪਰਮ ਦਾ ਜੁੱਸਾ ਬਹੁਤ ਵਧੀਆ ਸੀ। ਲਗਭਗ 6 ਫੁੱਟ ਲੰਬਾ, ਕੱਦ ਚੌੜੀ ਛਾਤੀ ਸੀ ਪਰਮ ਦੀ। ਉੱਪਰ ਵਾਲੇ ਦੀ ਰਹਿਮਤ ਹੋਈ ਪਰਮ ਨੂੰ ਨੌਕਰੀ ਮਿਲ ਗਈ ਅਤੇ ਉਹ ਵੀ ਘਰ ਤੋਂ ਟ੍ਰੇਨਿੰਗ ਲਈ ਚਲਾ ਗਿਆ। ਸਿਮਰੋ ਹੁਣ ਬਿਲਕੁਲ ਇਕੱਲੀ ਰਹਿ ਗਈ ਸੀ। ਕਦੇ ਕਦੇ ਸਿੰਨੋ ਆ ਜਾਂਦੀ ਤਾਂ ਉਹ ਸਿਮਰੋ ਕੋਲ ਬਹੁਤ ਦੇਰ ਤੱਕ ਬੈਠੀ ਰਹਿੰਦੀ। ਪਰਮ ਨੂੰ ਭਰਤੀ ਹੋਏ ਨੂੰ 1 ਸਾਲ ਹੋ ਚੁੱਕਾ ਸੀ। ਇੱਕ ਦਿਨ ਸੰਤੋਸ਼ ਸਿਮਰੋ ਦੇ ਘਰ ਆਈ ਅਤੇ ਉਸਨੇ ਕਿਹਾ, ਭੈਣ ਜੀ ਪਰਮ ਦਾ ਵਿਆਹ ਕਰ ਲੈ ਹੁਣ। ਸਿਮਰੋ ਨੇ ਕਿਹਾ, ਸੰਤੋਸ਼ ਮੈਂ ਤਾਂ ਆਪ ਚਾਹੁੰਦੀ ਹਾਂ ਕਿ ਕੋਈ ਚੱਜ ਦੀ ਕੁੜੀ ਮਿਲ ਜਾਵੇ ਤਾਂ ਵਿਆਹ ਕਰ ਲਈਏ। ਮੇਰਾ ਵੀ ਜੀਅ ਨਹੀਂ ਲੱਗਦਾ ਇਕੱਲੀ ਦਾ, ਨਾਲੇ ਸੁੱਖ ਨਾਲ ਹੁਣ ਉਮਰ ਵੀ ਆ ਵਿਆਹ ਦੀ। ਸੰਤੋਸ਼ ਜੋ ਸਿਮਰੋ ਦਾ ਮਨ ਜਾਣਨ ਦੀ ਕੋਸ਼ਿਸ਼ ਕਰ ਰਹੀ ਸੀ, ਉਸਨੂੰ ਉੱਪਰੋਂ ਪੈਰ ਪਏ ਅਤੇ ਉਹ ਬੋਲੀ, ਭੈਣ ਜੀ ਕੁੜੀ ਤਾਂ ਹੈਗੀ ਆ ਮੇਰੀ ਨਜ਼ਰ ਵਿੱਚ, ਸਾਡੇ ਪਿੰਡ ਆ, ਸਾਡੀ ਹੀ ਫੇਰੀ ਦੀ ਹੈ। ਕੁੜੀ ਆਪਣੇ ਪਰਮ ਵਰਗੀ ਉੱਚੀ ਲੰਬੀ ਸੋਹਣੀ ਸੁਨੱਖੀ, BA ਕੀਤੀ ਹੋਈ ਆ। ਜੇ ਤੂੰ ਕਹੇ ਤਾਂ ਮੈਂ ਪਤਾ ਕਰਾਂ। ਸਿਮਰੋ ਨੇ ਕਿਹਾ, ਨੇਕੀ ਤੇ ਉਹ ਵੀ ਪੁੱਛ ਕੇ ਕਰ ਲਾ ਅੜੀਏ, ਹੋਰ ਕੀ ਚਾਹੀਦਾ ਭਲਾ। ਚੱਲ ਚੰਗਾ ਭੈਣ ਜੀ, ਮੈਂ ਚੱਲਦੀ ਹਾਂ। ਮੈਂ ਤਾਂ ਇਹੀ ਪੁੱਛਣ ਆਈ ਸੀ। ਮੈਂ ਕੱਲ੍ਹ ਨੂੰ ਪਿੰਡ ਜਾਣਾ, ਮੈਂ ਗੱਲ ਕਰਕੇ ਦੇਖੂੰਗੀ। ਜੇ ਬਣ ਜਾਵੇ ਤਾਂ ਤੂੰ ਮੈਨੂੰ ਪਰਮ ਦੀ ਕੋਈ ਫੋਟੋ ਦੇ ਦੇ। ਸਿਮਰੋ ਨੇ ਅਲਮਾਰੀ ਵਿੱਚੋਂ
ਪੁੱਤ ਦੀ ਫੋਟੋ ਕੱਢੀ ਅਤੇ ਸੰਤੋਸ਼ ਨੂੰ ਦੇ ਦਿੱਤੀ। ਫੋਟੋ ਲੈ ਕੇ ਸੰਤੋਸ਼ ਆਪਣੇ ਘਰ ਚਲੀ ਗਈ। ਅਗਲੇ ਦਿਨ ਸੰਤੋਸ਼ ਆਪਣੇ ਪੇਕੇ ਘਰ ਗਈ ਅਤੇ ਕੁੜੀ ਵਾਲਿਆਂ ਨਾਲ ਗੱਲ ਕੀਤੀ। ਸ਼ਾਇਦ ਉਹ ਪਹਿਲਾਂ ਹੀ ਕੁੜੀ ਦੇ ਵਿਆਹ ਲਈ ਮੁੰਡੇ ਦੀ ਭਾਲ ਵਿੱਚ ਸਨ। ਸੰਤੋਸ਼ ਨੇ ਪਰਮ ਦੀ ਫੋਟੋ ਕੁੜੀ ਦੇ ਮਾਂ-ਪਿਓ ਨੂੰ ਦਿਖਾਈ। ਉਹਨਾਂ ਨੇ ਬਿਨਾਂ ਅੱਗਾ ਪਿੱਛਾ ਦੇਖੇ ਮੁੰਡਾ ਪਸੰਦ ਕਰ ਲਿਆ, ਕਿਉਂਕਿ ਦੁੱਖ ਸੁੱਖ 'ਤੇ ਆਉਂਦੇ ਜਾਂਦੇ ਹੋਣ ਕਰਕੇ ਉਹ ਵੀ ਸਿਮਰੋ ਬਾਰੇ ਸਭ ਕੁਝ ਜਾਣਦੇ ਸਨ। ਸੰਤੋਸ਼ ਨੇ ਉਹਨਾਂ ਤੋਂ ਵੀ ਕੁੜੀ ਦੀ ਫੋਟੋ ਲਈ ਅਤੇ ਸ਼ਾਮ ਨੂੰ ਸਹੁਰੇ ਘਰ ਪਰਤ ਆਈ। ਉਹ ਘਰ ਸਮਾਨ ਰੱਖ ਕੇ ਸਿੱਧੀ ਸਿਮਰੋ ਦੇ ਘਰ ਪਹੁੰਚ ਗਈ। ਉਸਨੇ ਸਿਮਰੋ ਨੂੰ ਫੋਟੋ ਦਿਖਾਈ ਅਤੇ ਕਿਹਾ ਕਿ ਪਰਮ ਉਹਨਾਂ ਨੂੰ ਪਸੰਦ ਹੈ। ਹੁਣ ਤੂੰ ਤੇ ਵੀਰਾ ਜੀ ਆਪਸ ਵਿੱਚ ਸਲਾਹ ਕਰਕੇ ਆਪਣੀ ਮਰਜ਼ੀ ਮੈਨੂੰ ਦੱਸ ਦਿਓ। ਸ਼ਨਿਚਰਵਾਰ ਸ਼ਾਮ ਨੂੰ ਧਰਮ ਸਿੰਘ ਘਰ ਆਇਆ ਤਾਂ ਚਾਹ ਪਾਣੀ ਪੀਣ ਤੋਂ ਬਾਅਦ ਸਿਮਰੋ ਨੇ ਧਰਮ ਸਿੰਘ ਨਾਲ ਪਰਮ ਦੇ ਰਿਸ਼ਤੇ ਦੀ ਗੱਲ ਕੀਤੀ ਅਤੇ ਫੋਟੋ ਦਿਖਾਉਣ ਲਈ ਉਸ ਵੱਲ ਵਧਾਈ। ਧਰਮ ਸਿੰਘ ਨੇ ਕਿਹਾ, ਸਿਮਰ, ਮੈਂ ਫੋਟੋ ਦਾ ਕੀ ਦੇਖਣਾ, ਕੁੜੀਆਂ ਵਰਗੀ ਕੁੜੀ ਹੋਵੇਗੀ। ਤੂੰ ਦੇਖ ਲਈ ਜਾਂ ਮੈਂ ਦੇਖ ਲਈ, ਇੱਕੋ ਗੱਲ ਆ, ਪਰ ਪਹਿਲਾਂ ਮੁੰਡੇ ਨੂੰ ਪਸੰਦ ਆਉਣੀ ਚਾਹੀਦੀ। ਸਿਮਰੋ ਨੇ ਕਿਹਾ, ਉਹ ਤਾਂ ਠੀਕ ਹੈ ਜੀ, ਪਰ ਜਦ ਪਰਮ ਛੁੱਟੀ ਆਊਗਾ ਤਾਂ ਦੇਖ ਆਊ ਜਾ ਕੇ, ਆਪਾਂ ਕਿਹੜਾ ਰਿਸ਼ਤਾ ਕਰਨ ਤੁਰੇ ਹੋਏ ਹਾਂ। ਪਰਮ ਟ੍ਰੇਨਿੰਗ ਤੋਂ ਬਾਅਦ ਛੁੱਟੀ ਆਇਆ ਤਾਂ ਪੁੱਤ ਨੂੰ ਦੇਖ ਮਾਂ ਦੇ ਪੈਰ ਧਰਤੀ 'ਤੇ ਨਹੀਂ ਲੱਗ ਰਹੇ ਸਨ। ਸਿਮਰੋ ਨੇ ਪਰਮ ਨਾਲ ਉਸ ਦੇ ਵਿਆਹ ਬਾਰੇ ਗੱਲ ਕੀਤੀ ਤਾਂ ਉਸਨੇ ਕਿਹਾ, ਮੰਮਾ, ਜਿਵੇਂ ਤੁਹਾਨੂੰ ਤੇ ਪਿਤਾ ਜੀ ਨੂੰ ਠੀਕ ਲੱਗੇ ਕਰ ਲਿਓ, ਮੈਨੂੰ ਕੋਈ ਇਤਰਾਜ਼ ਨਹੀਂ। ਸਿਮਰੋ ਨੇ ਪਰਮ ਦੇ ਮੂਹਰੇ ਫੋਟੋ ਕਰਦੇ ਹੋਏ ਕਿਹਾ, ਪੁੱਤ ਪਹਿਲਾਂ ਫੋਟੋ ਦੇਖ ਤਾਂ ਲੈ, ਜੇ ਕੁੜੀ ਪਸੰਦ ਆ ਤਾਂ ਆਪਾਂ ਗੱਲ ਅੱਗੇ ਤੋਰ ਲਈਏ। ਓਹੋ ਮੰਮਾ, ਮੈਂ ਕੀ ਦੇਖਣਾ, ਤੁਸੀਂ ਜੋ ਕਰੋਗੇ ਮੈਨੂੰ ਮਨਜ਼ੂਰ ਹੋਵੇਗਾ, ਪਰਮ ਨੇ ਕਿਹਾ। ਪਰ ਸਿਮਰੋ ਨੇ ਜਿੱਦ ਕੀਤੀ ਕਿ ਉਹ ਇੱਕ ਵਾਰੀ ਕੁੜੀ ਦੀ ਫੋਟੋ ਜ਼ਰੂਰ ਦੇਖੇ ਤਾਂ ਪਰਮ ਨੇ ਫੋਟੋ ਦੇਖ ਕੇ ਹਾਂ ਬੋਲ ਦਿੱਤੀ। ਸਿਮਰੋ ਨੇ ਸੰਤੋਸ਼ ਨਾਲ ਸਲਾਹ ਕੀਤੀ ਅਤੇ ਪਰਮ ਨੂੰ ਨਾਲ ਲੈ ਕੇ ਸੰਤੋਸ਼ ਦੇ ਪੇਕੇ ਘਰ ਪੁੱਜ ਗਈ। ਕੁੜੀ ਦੇ ਘਰ ਸੁਨੇਹਾ ਭੇਜਿਆ ਗਿਆ ਤਾਂ ਕੁੜੀ ਦੇ ਮਾਤਾ ਪਿਤਾ ਤੇ ਆਪਣੀ ਧੀ ਨਾਲ ਸੰਤੋਸ਼ ਦੇ ਪੇਕੇ ਘਰ ਪੁੱਜ ਗਏ। ਕੁੜੀ ਹੱਥ ਲਾਇਆ ਮੈਲੀ ਹੁੰਦੀ ਸੀ। ਸਿਮਰੋ ਨੇ ਰੋਕੇ ਵਜੋਂ ਕੁੜੀ ਨੂੰ ਸ਼ਗਨ ਦਿੱਤਾ ਅਤੇ ਕੁੜੀ ਵਾਲਿਆਂ ਨੇ ਵੀ ਮੁੰਡੇ ਨੂੰ ਸ਼ਗਨ ਵਜੋਂ ਪੈਸੇ ਦਿੱਤੇ। ਉਸ ਦੀ ਮਾਂ ਨੇ ਕਿਹਾ ਕਿ ਅਸੀਂ ਸ਼ਗਨ ਪਾਉਣ ਲਈ ਕਦੋਂ ਆਈਏ ਭੈਣ ਜੀ। ਸਿਮਰੋ ਨੇ ਕਿਹਾ, ਭੈਣ ਜੀ ਆ ਜੋ ਦਿੱਤਾ ਇਹ ਸ਼ਗਨ ਹੀ ਸੀ, ਬਸ ਤੁਸੀਂ ਹੁਣ ਵਿਆਹ ਦੀ ਤਿਆਰੀ ਕਰੋ। ਨਹੀਂ ਭੈਣ ਜੀ, ਇਹ ਤਾਂ ਖਾਲੀ ਵਜੋਂ ਹੀ ਸੀ, ਰੋਕਾ ਕਰਨ ਤਾਂ ਪਿੰਡ ਆਵਾਂਗੇ ਅਸੀਂ, ਕੁੜੀ ਦੀ ਮਾਂ ਨੇ ਕਿਹਾ। ਸਿਮਰੋ ਹੱਸ ਪਈ ਅਤੇ ਬੋਲੀ, ਭੈਣ ਜੀ ਹੋ ਗਿਆ ਰੋਕਾ, ਸਾਨੂੰ ਕੋਈ ਲਾਲਚ ਨਹੀਂ, ਤੁਸੀਂ ਵਿਆਹ ਦੀ ਤਿਆਰੀ ਕਰੋ। ਅਸੀਂ ਵਿਆਹ ਛੇਤੀ ਕਰਨਾ ਚਾਹੁੰਦੇ ਹਾਂ ਕਿਉਂਕਿ ਮੈਂ ਇਕੱਲੀ ਹਾਂ ਘਰ ਵਿੱਚ। ਕੁੜੀ ਦੀ ਮਾਂ ਨੇ ਕਿਹਾ, ਭੈਣ ਜੀ ਇੰਨੀ ਛੇਤੀ ਕੀ ਕਰ ਸਕਦੇ ਹਾਂ, ਗਹਿਣਾ ਗੱਟਾ ਬਣਾਉਣਾ, ਕੱਪੜਾ ਲੱਤਾ, ਦਾਜ ਦਹੇਜ। ਸਿਮਰੋ ਨੇ ਹੋਣ ਵਾਲੀ ਕੁੜਮਣੀ ਦਾ ਹੱਥ ਫੜਿਆ ਤੇ ਕਿਹਾ, ਭੈਣ ਜੀ ਸਾਨੂੰ ਕੁਝ ਵੀ ਨਹੀਂ ਚਾਹੀਦਾ, ਬਸ ਸਾਨੂੰ ਵਿਹੜੇ ਦੀ ਰੌਣਕ ਦੇ ਦਿਓ। ਅਤੇ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਕਿਹਾ, ਸਾਡੇ ਲਈ ਸਾਡਾ ਦਾਜ ਇਹੀ ਹੈ। ਜਿਸਨੇ ਧੀ ਦਿੱਤੀ ਉਸਨੇ ਪਿੱਛੇ ਹੋਰ ਕੀ ਰੱਖ ਲਿਆ। ਤੁਸੀਂ ਨਿਸ਼ਚਿੰਤ ਰਹੋ ਤੇ ਵਿਆਹ ਦੀ ਤਰੀਕ ਪੱਕੀ ਕਰਕੇ ਦੱਸ ਦਿਓ। ਪਰਮ 2 ਮਹੀਨੇ ਦੀ ਛੁੱਟੀ ਆਇਆ ਹੋਇਆ, ਅਸੀਂ ਚਾਹੁੰਦੇ ਹਾਂ ਕਿ ਇਹਦਾ ਵਿਆਹ ਇਸ ਛੁੱਟੀ ਵਿੱਚ ਹੀ ਕਰ ਦਈਏ। ਕੁੜੀ ਦੇ ਪਿਤਾ ਨੇ ਕਿਹਾ, ਠੀਕ ਹੈ ਭੈਣ ਜੀ, ਅਸੀਂ ਸਲਾਹ ਕਰਕੇ ਛੇਤੀ ਤੁਹਾਨੂੰ ਦੱਸ ਦਾਂਗੇ। ਅਗਲੇ ਦਿਨ ਪਰਮ ਸ਼ਹਿਰ ਗਿਆ ਤਾਂ ਉੱਥੋਂ ਮਾਂ ਦੇ ਲਈ ਮੋਬਾਈਲ ਫੋਨ ਖਰੀਦ ਕੇ ਲਿਆਇਆ ਅਤੇ ਮਾਂ ਨੂੰ ਕਿਹਾ, ਮੰਮਾ ਤੁਸੀਂ ਘਰ ਇਕੱਲੇ ਹੁੰਦੇ ਹੋ ਤਾਂ ਦਿਲ ਉਦਾਸ ਤਾਂ ਹੁੰਦਾ ਹੀ ਹੋਣਾ, ਜਦੋਂ ਕਦੇ ਸਾਡੇ ਨਾਲ ਗੱਲ ਕਰਨੀ ਹੋਵੇ ਤਾਂ ਤੁਸੀਂ ਇਸ ਤੋਂ ਫੋਨ ਕਰਕੇ ਗੱਲ ਕਰ ਸਕਦੇ ਹੋ। ਸਿਮਰ ਪੁੱਤ ਦੀ ਗੱਲ ਸੁਣ ਕੇ ਹੱਸ ਪਈ ਅਤੇ ਕਿਹਾ, ਪੁੱਤ ਮੈਨੂੰ ਕਿਹੜਾ ਚਲਾਉਣਾ ਆਉਂਦਾ ਹੈ, ਇਹ ਫੋਫਾ ਜਿਹਾ। ਪਰਮ ਹੱਸ ਪਿਆ ਅਤੇ ਬੋਲਿਆ, ਆ ਜਾਓ ਚਲਾਉਣਾ ਸਿਖਾਵਾਂ ਇਹ ਤੋਹਫਾ ਜਿਹਾ। ਉਸਨੇ ਜੇਬ ਵਿੱਚੋਂ ਆਪਣਾ ਮੋਬਾਈਲ ਕੱਢ ਲਿਆ ਅਤੇ ਮਾਂ ਦੇ ਫੋਨ ਤੋਂ ਇੱਕ ਨੰਬਰ ਉਸਨੂੰ ਦਿਖਾ ਕੇ ਡਾਇਲ ਕਰ ਦਿੱਤਾ ਅਤੇ ਕਿਹਾ, ਇਹ ਮੇਰਾ ਨੰਬਰ ਹੈ। ਇੰਨੇ ਨੂੰ ਉਸਦੇ ਨੰਬਰ 'ਤੇ ਰਿੰਗ ਵੱਜਣ ਲੱਗ ਪਈ। ਉਸਨੇ ਕਾਲ ਕਿਵੇਂ ਰਿਸੀਵ ਕਰਨੀ ਇਹ ਵੀ ਸਿਖਾ ਦਿੱਤਾ। ਸਿਮਰਨ ਬਹੁਤ ਖੁਸ਼ ਸੀ। ਉਸਨੇ ਪੁੱਛਿਆ, ਪਰਮ ਜੇ ਮੈਂ ਤੇਰੀ ਦੀਦੀ ਨੂੰ ਫੋਨ ਕਰਨਾ ਹੋਵੇ ਫਿਰ? ਪਰਮ ਨੇ ਕਿਹਾ, ਉਹਦੇ ਲਈ ਦੀਦੀ ਦਾ ਨੰਬਰ ਹੋਣਾ ਚਾਹੀਦਾ। ਮੈਂ ਇੱਕ ਅੱਧੇ ਦਿਨ ਵਿੱਚ ਦੀਦੀ ਨੂੰ ਮਿਲਣ ਜਾਣਾ, ਫਿਰ ਨੰਬਰ ਲੈ ਆਵਾਂਗਾ। ਐਤਵਾਰ ਨੂੰ 10 ਕੁ ਵਜੇ ਨੂੰ ਸੰਤੋਸ਼ ਕੁੜੀ ਦੇ ਮਾਪਿਓ ਨਾਲ ਸਿਮਰੋ ਦੇ ਘਰ ਪੁੱਜ ਗਈ। ਸਬੱਬ ਨਾਲ ਧਰਮ ਸਿੰਘ ਵੀ ਘਰ ਹੀ ਸੀ। ਸਿਮਰੋ ਨੇ ਹੋਣ ਵਾਲੀ ਕੁੜਮਾ ਨੂੰ ਬੜੇ ਆਦਰ ਮਾਣ ਨਾਲ ਚਾਹ ਪਾਣੀ ਪਿਲਾਇਆ। ਕੁਝ ਦੇਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਕੁੜੀ ਦਾ ਪਿਤਾ ਬੋਲਿਆ, ਸਰਦਾਰ ਜੀ, ਭੈਣ ਜੀ ਕਹਿੰਦੇ ਸੀ ਕਿ ਵਿਆਹ ਛੇਤੀ ਕਰਨਾ, ਅਸੀਂ ਤਾਂ ਇਸ ਕਰਕੇ ਆਏ ਸੀ ਕਿ ਬਹਿ ਕੇ ਸਲਾਹ ਕਰ ਲਈਏ। ਧਰਮ ਸਿੰਘ ਨੇ ਕਿਹਾ, ਹਾਂਜੀ, ਅਸਲ ਵਿੱਚ ਇਹ ਹੁਣ ਘਰ ਵਿੱਚ ਇਕੱਲੀ ਹੀ ਰਹਿ ਗਈ। ਪਿਛਲੇ ਸਾਲ ਬਾਪੂ ਜੀ ਚੜ੍ਹਾਈ ਕਰ ਗਏ, ਉਸ ਤੋਂ ਛੇਤੀ ਬਾਅਦ ਪਰਮ ਵੀ ਨੌਕਰੀ ਕਰਨ ਲੱਗ ਗਿਆ। ਉੱਦਾਂ ਵੀ ਪਰਮ ਹੁਣ 2 ਮਹੀਨਿਆਂ ਦੀ ਛੁੱਟੀ ਆਇਆ ਸੀ, ਫਿਰ ਅਗਲੇ ਸਾਲ ਹੀ ਛੁੱਟੀ ਮਿਲੇਗੀ। ਇਸ ਕਰਕੇ ਵੀ ਅਸੀਂ ਚਾਹੁੰਦੇ ਹਾਂ ਕਿ ਵਿਆਹ ਕਰ ਲਈਏ। ਚਲੋ ਜੀ, ਜਿੱਦਾਂ ਤੁਸੀਂ ਕਹੋਗੇ ਉੱਦਾਂ ਹੀ ਕਰ ਲਵਾਂਗੇ। ਉੱਦਾਂ ਇੰਨੀ ਛੇਤੀ ਸਾਰਾ ਕੁਝ ਕਰਨਾ ਸਾਨੂੰ ਥੋੜ੍ਹਾ ਔਖਾ ਜਿਹਾ ਲੱਗ ਰਿਹਾ। ਕਿੰਨੇ ਕੰਮ ਹੁੰਦੇ ਵਿਆਹ ਦੇ, ਕੱਪੜਾ ਲੱਤਾ, ਗਹਿਣਾ ਗੱਟਾ ਤੇ ਹੋਰ ਕਿੰਨਾ ਕੁਝ ਹੁੰਦਾ। ਪਰਮ ਦੇ ਹੋਣ ਵਾਲੇ ਸਹੁਰੇ ਨੇ ਕਿਹਾ। ਸਿਮਰੋ ਜੋ ਹੁਣ ਤੱਕ ਚੁੱਪ ਬੈਠੀ ਸੀ ਇੱਕਦਮ ਬੋਲੀ, ਮਾਫ਼ ਕਰਿਓ ਭਾਜੀ,
ਤੁਹਾਡੀ ਗੱਲ ਵਿੱਚ ਦਖਲ ਅੰਦਾਜ਼ੀ ਕਰ ਰਹੀ ਹਾਂ, ਪਰ ਮੈਂ ਉਸ ਦਿਨ ਵੀ ਤੁਹਾਨੂੰ ਇੱਕੋ ਗੱਲ ਕਹੀ ਸੀ, ਸਾਨੂੰ ਦਾਜ ਦਹੇਜ ਨਹੀਂ ਚਾਹੀਦਾ। ਅੱਜ ਵੀ ਕਹਿੰਦੇ ਹਾਂ, ਸਾਨੂੰ ਕੁੜੀ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ। ਰੱਬ ਦਾ ਦਿੱਤਾ ਸਭ ਕੁਝ ਹੈਗਾ ਘਰ। ਤੁਸੀਂ 3 ਕੱਪੜਿਆਂ ਵਿੱਚ ਕੁੜੀ ਤੋਰ ਦਿਓ। ਧਰਮ ਸਿੰਘ ਨੇ ਵੀ ਸਿਮਰੋ ਦੀ ਗੱਲ ਤੇ ਫੁੱਲ ਚੜਾਏ ਤੇ ਕਿਹਾ, ਤੁਸੀਂ ਕਿਸੇ ਤਰ੍ਹਾਂ ਦੀ ਫਿਕਰ ਨਾ ਕਰੋ। ਦੋਹਾਂ ਧਿਰਾਂ ਵੱਲੋਂ ਆਪਸ ਵਿੱਚ ਸਲਾਹ ਕਰਕੇ ਪੂਰਨਮਾਸ਼ੀ ਦਾ ਵਿਆਹ ਪੱਕਾ ਕਰ ਲਿਆ ਗਿਆ। ਕੁੜਮਾ ਦੇ ਜਾਣ ਪਿੱਛੋਂ ਸਿਮਰੋ ਨੇ ਧਰਮ ਸਿੰਘ ਨੂੰ ਕਿਹਾ ਕਿ ਉਹ ਦਫ਼ਤਰ ਤੋਂ ਕੁਝ ਛੁੱਟੀਆਂ ਲੈ ਲਵੇ ਤਾਂ ਕਿ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਸਕਣ, ਪਰ ਧਰਮ ਸਿੰਘ ਨੇ ਹੱਸਦੇ ਹੋਏ ਇਹ ਕਹਿ ਕੇ ਪੱਲਾ ਝਾੜ ਦਿੱਤਾ, ਤੁਸੀਂ ਮਾਂ ਪੁੱਤ ਜਾਣੋ, ਤੁਹਾਡਾ ਕੰਮ ਜਾਣੇ। ਮੇਰੇ ਕੋਲੋਂ ਤਾਂ ਨੋਟ ਲੈ ਲਿਓ ਜਿੰਨੇ ਚਾਹੀਦੇ ਆ। ਕੰਮਾਂ ਦੀ ਸਿਰਦਰਦੀ ਤੁਹਾਡੀ ਹੈ। ਥੋੜ੍ਹੀ ਜਿਹੀ ਬਹਿਸ ਕਰਨ ਤੋਂ ਬਾਅਦ ਸਿਮਰੋ ਨੇ ਚੁੱਪ ਰਹਿਣਾ ਹੀ ਠੀਕ ਸਮਝਿਆ। ਸਿਮਰੋ ਦਾ ਚਾਅ ਥੰਮਿਆ ਨਹੀਂ ਸੀ ਜਾ ਰਿਹਾ। ਪਰਮ ਅਮਨ ਦੇ ਸਹੁਰੇ ਘਰ ਉਸ ਨੂੰ ਮਿਲਣ ਗਿਆ ਤਾਂ ਉਸਦੇ ਸੱਸ ਸਹੁਰੇ ਦੀ ਸਹਿਮਤੀ ਨਾਲ ਭੈਣ ਨੂੰ ਨਾਲ ਲੈ ਆਇਆ। ਦਿਨ ਰਾਤ ਇੱਕ ਕਰਕੇ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ। ਸਿਮਰੋ ਔਰ ਅਮਨ ਅਤੇ ਪਰਮ ਸੁਨਿਆਰੇ ਤੇ ਜਾ ਕੇ ਗਹਿਣੇ ਬਣਨ ਲਈ ਦੇ ਆਏ। ਅਗਲੇ ਦਿਨ ਕੱਪੜੇ ਲੈਣ ਲਈ ਸਿਮਰੋ ਸੁਰਜੀਤ ਤੇ ਸੰਤੋਸ਼ ਨੂੰ ਨਾਲ ਲੈ ਗਈ। ਪਰਮ ਅਤੇ ਦੇਵ ਕਰਿਆਨੇ ਦਾ ਸਮਾਨ ਲੈ ਆਏ। ਇਸ ਤਰ੍ਹਾਂ ਸਾਰੇ ਕੰਮ ਰਲ ਮਿਲ ਕੇ ਨੇਪਰੇ ਚੜ੍ਹ ਗਏ। ਅਖੰਡ ਪਾਠ ਸਾਹਿਬ ਰੱਖਣ ਤੋਂ ਇੱਕ ਦਿਨ ਪਹਿਲਾਂ ਸਿਮਰੋ ਅਤੇ ਅਮਨ ਨੇ ਘਰ ਦੀ ਸਾਰੀ ਸਾਫ਼ ਸਫਾਈ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਦੀ ਸਜਾਵਟ ਕਰਕੇ ਕਮਰਾ ਬੰਦ ਕਰ ਦਿੱਤਾ। ਅਮਨ ਨੇ ਰਾਤ ਦੇ ਖਾਣੇ ਦੀ ਤਿਆਰੀ ਕੀਤੀ। ਸਭ ਨੇ ਖਾਣਾ ਖਾਧਾ ਅਤੇ ਸੋ ਗਏ। ਸਿਮਰੋ ਨੇ ਹਨੇਰੇ ਉੱਠ ਕੇ ਨਹਾ ਕੇ ਪਾਠ ਕੀਤਾ ਅਤੇ ਚਾਹ ਬਣਾ ਕੇ ਸਭ ਨੂੰ ਉਠਾਲ ਦਿੱਤਾ। ਚਾਹ ਪੀ ਕੇ ਮਾਂ ਧੀ ਨੇ ਪੂਰੇ ਘਰ ਦੀ ਸਾਰੀ ਸਫਾਈ ਕੀਤੀ। ਦਿਨ ਚੜ੍ਹਦੇ ਨੂੰ ਸੁਰਜੀਤ ਅਤੇ ਸੰਤੋਸ਼ ਵੀ ਆ ਗਈਆਂ। ਸਿਮਰੋ ਨੇ ਭੱਠੀ ਤੇ ਵੱਡੇ ਸਾਰੇ ਪਤੀਲੇ ਵਿੱਚ ਆਲੂ ਉਬਲਣ ਲਈ ਰੱਖੇ ਹੋਏ ਸਨ। ਪਾਣੀ ਵਿੱਚੋਂ ਆਲੂ ਕੱਢ ਕੇ ਸੁਰਜੀਤ ਅਤੇ ਸੰਤੋਸ਼ ਛਿੱਲਣ ਲੱਗ ਪਈਆਂ। ਸਿਮਰੋ ਨੇ ਦਾਲ ਚੁੱਲ੍ਹੇ ਉੱਤੇ ਰੱਖ ਕੇ ਬੋਰੀ ਵਿੱਚੋਂ ਗੋਭੀ ਕੱਢੀ ਅਤੇ ਗੋਭੀ ਕੱਟਣ ਲੱਗ ਪਈ। ਸੁਰਜੀਤ ਨੇ ਪੁੱਛਿਆ, ਭਾਬੀ ਹੁਣ ਤਾਂ ਆਲੂਆਂ ਵਾਲੇ ਪਰੌਂਠੇ ਬਣਾਉਣੇ ਆ, ਫਿਰ ਆਹ ਗੋਭੀ ਕਾਹਨੂੰ ਕੱਟੀ ਜਾਂਦੀ ਹੈ ਤੂੰ? ਸਿਮਰੋ ਨੇ ਕਿਹਾ, ਸੁਰਜੀਤ ਦੁਪਹਿਰ ਨੂੰ ਵੀ ਤਾਂ ਰੋਟੀ ਚਾਹੀਦੀ। ਸੁੱਖ ਨਾਲ ਸਾਰੇ ਸ਼ਰੀਕੇ ਭਾਈਚਾਰੇ ਨੇ ਰੋਟੀ ਖਾਣੀ ਆ। ਪਰਮ ਦੇ ਪਿਤਾ ਜੀ ਕਹਿੰਦੇ ਤਕਾਲਾ ਨੂੰ ਤਾਂ ਹਲਵਾਈ ਨੂੰ ਕਿਹਾ ਹੋਇਆ, ਕਿਉਂਕਿ ਕਈ ਪਰੌਣੇ ਤਾਂ ਤਕਾਲਾ ਨੂੰ ਹੀ ਆ ਜਾਣੇ ਆ। ਲੈ ਭੈਣ ਜੀ, ਸਾਡੇ ਖਾਸ ਪਰੌਣੇ ਤਾਂ ਆ ਵੀ ਪਹੁੰਚੇ। ਆ ਕੇ ਸੰਤੋਸ਼ ਨੇ ਉੱਠ ਕੇ ਵਿਹੜੇ ਵਿੱਚ ਵੜਦੀ ਚੰਨੀ ਦੇ ਪੈਰ ਛੂਹੇ ਅਤੇ ਭਤੀਜੇ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ। ਚੰਨੀ ਨੇ ਚੁੰਨੀ ਦਾ ਪੱਲਾ ਖੋਲ੍ਹ ਲਿਆ ਅਤੇ ਹੱਸ ਪਈ ਅਤੇ ਹੇਕ ਲਾ ਕੇ ਬੋਲੀ, ਪਾਵੋ ਨੀ ਭਰਜਾਈਓ ਮੇਰੇ ਪੱਲੇ ਵਿੱਚ ਵਧਾਈਆਂ, ਸੁੱਖਾ ਸੁੱਖਦੀ ਨੂੰ ਕੜੀਆਂ ਸੁਲੱਖਣੀਆਂ ਆਈਆਂ। ਸਿਮਰੋ ਨੇ ਉੱਠ ਕੇ ਚੰਨੀ ਦੇ ਪੈਰੀ ਹੱਥ ਲਾਇਆ ਤੇ ਚੰਨੀ ਨੇ ਭਰਜਾਈ ਨੂੰ ਕੁੱਟ ਕੇ ਕਾਲਜੇ ਨਾਲ ਲਾ ਲਿਆ। ਸੁਰਜੀਤ ਨੇ ਵੀ ਪੈਰ ਛੂਹੇ ਤਾਂ ਉਸਨੇ ਸੁਰਜੀਤ ਨੂੰ ਵੀ ਗੱਲ ਨਾਲ ਲਾ ਕੇ ਅਸੀਸਾਂ ਦੀ ਝੜੀ ਲਾ ਦਿੱਤੀ। ਧਰਮ ਸਿੰਘ, ਅਵਤਾਰ, ਦੇਵ, ਪਰਮ ਅਤੇ ਲਾਡੀ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਆਏ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਿਆ। ਪਾਰਟੀਆਂ ਨੂੰ ਲੰਗਰ ਪਾਣੀ ਛਕਾਇਆ ਗਿਆ। ਦੁਪਹਿਰ ਤੱਕ ਗੁੱਡੀ ਵੀ ਆਪਣੇ ਪਤੀ ਨਾਲ ਆ ਪਹੁੰਚੀ। ਤਕਾਲਾ ਨੂੰ ਅਮਨ ਦਾ ਪਤੀ ਅਤੇ ਸਹੁਰਾ ਪਰਿਵਾਰ ਵੀ ਆ ਗਿਆ। ਘਰ ਵਿੱਚ ਕਾਫੀ ਗਹਿਮਾ ਗਹਿਮੀ ਦਾ ਮਾਹੌਲ ਸੀ। ਅਗਲੇ ਦਿਨ 11 ਵਜੇ ਪਰਮ ਨੂੰ ਮਾਈਆ ਲਾਉਣ ਲਈ ਅਮਨ ਅਤੇ ਬਿੰਦੂ ਨੇ ਹਲਦੀ, ਆਟੇ ਅਤੇ ਫੁੱਲ ਦੇ ਨਾਲ ਰੰਗੋਲੀ ਬਣਾਈ। ਸਿਮਰੋ ਨੇ ਪਰਮ ਨੂੰ ਥਾਲੀ ਅਤੇ ਪਟੜੀ ਦੇ ਕੇ ਤੇਲ 'ਚੋਂ ਅੰਦਰੋਂ ਬਾਹਰ ਕੱਢਿਆ। ਪਰਮ ਰੰਗੋਲੀ ਦੇ ਅੱਗੇ ਬੈਠ ਗਿਆ ਅਤੇ ਸ਼ਰੀਕੇ ਦੀਆਂ ਔਰਤਾਂ ਨੇ ਲਾਲ ਰੰਗ ਦੀ ਚੁੰਨੀ ਵਿੱਚ 5 ਗੁਲਗੁਲੇ ਪਾ ਕੇ ਚੁੰਨੀ ਉਸਦੇ ਸਿਰ ਤੇ ਕਿਸੇ ਛੱਤਰ ਦੀ ਤਰ੍ਹਾਂ ਉਸਦੇ ਸਿਰ ਤੇ ਤਾਣ ਦਿੱਤੀ ਅਤੇ ਗਾਉਣਾ ਆਰੰਭ ਕੀਤਾ। ਮੈਂ ਵਾਰੀ ਪਹਿਲਾਂ ਬੰਨਾ ਕਿੰਨੇ ਲਾਇਆ, ਮੈਂ ਸਦਕੇ ਪਹਿਲੇ ਕਿੰਨੇ ਬੰਨਾ ਕਿੰਨੇ ਲਾਇਆ, ਮਾਓ ਇਹਦੀ ਸਦਾ ਨੀ ਸੁਹਾਗਣ ਪਹਿਲਾ ਬੰਨਾ ਉਹਨੇ ਲਾਇਆ। ਮੈਂ ਵਾਰੀ ਦੂਜਾ ਬੰਨਾ ਕਿੰਨੇ ਲਾਇਆ, ਮੈਂ ਸਦਕੇ ਦੂਜਾ ਬੰਨਾ ਕਿੰਨੇ ਲਾਇਆ, ਚਾਚੀ ਤਾਂ ਇਹਦੀ ਸਦਾ ਨੀ ਸੁਹਾਗਣ ਦੂਜਾ ਬੰਨਾ ਉਹਨੇ ਲਾਇਆ। ਮੈਂ ਵਾਰੀ ਤੀਜਾ ਬੰਨਾ ਕਿੰਨੇ ਲਾਇਆ, ਮੈਂ ਸਦਕੇ ਤੀਜਾ ਬੰਨਾ ਕਿੰਨੇ ਲਾਇਆ, ਭੂਆ ਤਾਂ ਇਹਦੀ ਸਦਾ ਨੀ ਸੁਹਾਗਣ ਤੀਜਾ ਬੰਨਾ ਉਹਨੇ ਲਾਇਆ। ਮੈਂ ਵਾਰੀ ਚੌਥਾ ਬੰਨਾ ਕਿੰਨੇ ਲਾਇਆ, ਮੈਂ ਸਦਕੇ ਚੌਥਾ ਬੰਨਾ ਕਿੰਨੇ ਲਾਇਆ, ਮਾਮੀ ਤਾਂ ਉਹਦੀ ਸਦਾ ਸੁਹਾਗਣ ਚੌਥਾ ਬੰਨਾ ਉਹਨੇ ਲਾਇਆ। ਮੈਂ ਵਾਰੀ ਪੰਜਵਾਂ ਬੰਨਾ ਕਿੰਨੇ ਲਾਇਆ, ਮੈਂ ਸਦਕੇ ਪੰਜਵਾਂ ਬੰਨਾ ਕਿੰਨੇ ਲਾਇਆ, ਭੈਣ ਤਾਂ ਇਹਦੀ ਸਰਬ ਸੁਹਾਗਣ ਪੰਜਵਾਂ ਬੰਨਾ ਉਹਨੇ ਲਾਇਆ। ਮਾਈਆ ਲਾਉਣ ਤੋਂ ਬਾਅਦ ਸਿਮਰੋ ਨੇ ਪਰਮ ਦੇ ਮੂੰਹ ਨੂੰ ਸ਼ਗਨ ਲਾ ਕੇ ਉਸਨੂੰ ਅੰਦਰ ਭੇਜ ਦਿੱਤਾ ਅਤੇ ਆਪ ਰੰਗੋਲੀ ਇਕੱਠੀ ਕਰਕੇ ਰਵਾਇਤ ਅਨੁਸਾਰ ਬੈਠ ਕੇ ਮੱਥਾ ਟੇਕਣ ਲੱਗੀ ਤਾਂ ਸੁਰਜੀਤ ਨੇ ਪਿੱਛੋਂ ਆ ਕੇ ਸਿਮਰੋ ਨੂੰ ਸਿਰ ਤੋਂ ਫੜ ਕੇ ਪੂਰੇ ਜ਼ੋਰ ਨਾਲ ਰੰਗੋਲੀ ਦੇ ਉੱਪਰ ਮੱਥਾ ਲਾ ਦਿੱਤਾ, ਜਿਸ ਨਾਲ ਉਹਦਾ ਸਾਰਾ ਮੂੰਹ ਲਿਬੜ ਗਿਆ। ਉਸਦਾ ਲਿਬੜਿਆ ਮੂੰਹ ਦੇਖ ਕੇ ਸਾਰੀਆਂ ਔਰਤਾਂ ਖਿੜਖੜਾ ਕੇ ਹੱਸ ਪਈਆਂ, ਪਰ ਸਿੰਨੂ ਨੇ ਸੁਰਜੀਤ ਨੂੰ ਝਿੜਕ ਦਿੱਤਾ ਅਤੇ ਕਿਹਾ, ਨਹੀਂ ਸੁਰਜੀਤ, ਕੁਛ ਤਾਂ ਅਕਲ ਕਰਿਆ ਕਰ। ਚੰਗਾ ਭਲਾ ਪਤਾ ਤੈਨੂੰ ਕਿ ਅੰਦਰ ਪਾਠ ਹੋ ਰਿਹਾ ਤੇ ਬਾਹਰ ਤਾਂ ਮੱਚੜ ਪੈਂਦਾ ਚੰਗਾ ਲੱਗਦਾ। ਸੁਰਜੀਤ ਸ਼ਰਮਿੰਦਾ ਜਿਹੀ ਹੋ ਗਈ ਅਤੇ ਦੰਦ ਜਿਹੇ ਕੱਢਦੀ ਉੱਥੋਂ ਟਿੱਬ ਗਈ। ਸਿਮਰੋ ਨੇ ਰੰਗੋਲੀ ਦੇ ਫੁੱਲ ਚੁੱਕ ਕੇ ਇੱਕ ਪਾਸੇ ਰੱਖ ਦਿੱਤੇ ਅਤੇ ਦਰਵਾਜ਼ੇ 'ਤੇ ਰੰਗੋਲੀ ਦੀ ਥਾਂ ਗਿੱਲੀ ਕਰਕੇ ਹੱਥਾਂ ਨੂੰ ਹਲਦੀ ਅਤੇ ਆਟਾ ਲਾ ਕੇ ਦਰਵਾਜ਼ੇ ਦੀਆਂ ਸਾਈਡਾਂ 'ਤੇ ਲਗਾ ਦਿੱਤੇ। ਉਸ ਤੋਂ ਬਾਅਦ ਉਸਨੇ ਮੂੰਹ ਧੋਤਾ ਅਤੇ ਰਸੋਈ ਵਿੱਚ ਜਾ ਕੇ ਸੰਤੋਸ਼ ਨਾਲ ਸ਼ਰੀਕੇ ਦੀਆਂ ਔਰਤਾਂ ਨੂੰ ਬੱਬੀਆਂ ਵੰਡਣ ਵਗ ਗਈ। ਮੂੰਹ ਹਨੇਰਾ ਜਿਹਾ ਹੋਇਆ ਤਾਂ ਪਰਮ ਦੇ ਨਾਨਕੇ ਆ ਗਏ।
ਨੈਣ ਨੇ ਤੇਲ ਚੋਇਆ ਤੇ ਮਾਮੇ ਨੂੰ ਕੁੰਭ ਕਰਨ ਲਈ ਕਿਹਾ ਤਾਂ ਮਾਮੇ ਨੇ ਖੁਸ਼ੀ-ਖੁਸ਼ੀ ਕੁੰਭ ਦੇ ਪੈਸੇ ਨੈਣ ਦੇ ਹੱਥ 'ਤੇ ਧਰ ਦਿੱਤੇ। ਨੈਣ ਦੁਆਵਾਂ ਦਿੰਦੀ ਹੋਈ ਪਾਣੀ ਦੀ ਗੜਵੀ ਲੈ ਕੇ ਪਾਸੇ ਹੋ ਗਈ ਅਤੇ ਨਾਨਕਾ ਮੇਲ ਅੰਦਰ ਆ ਗਿਆ। ਨਾਨਕਿਆਂ ਨੂੰ ਚਾਹ ਪਾਣੀ ਪਿਲਾਉਣ ਲਈ ਵਿਹੜੇ ਵਿੱਚ ਮੰਜੇ ਅਤੇ ਕੁਰਸੀਆਂ ਡਾਹ ਦਿੱਤੀਆਂ ਗਈਆਂ। ਸਿਮਰੋ ਪੇਕਿਆਂ ਦੇ ਆਉਂਦੇ ਚਾਹ ਵਿੱਚ ਫੁੱਲੀ ਨਹੀਂ ਸਮਾ ਰਹੀ ਸੀ। ਸਿਮਰੋ ਨੇ ਨੈਣ ਨੂੰ ਕਿਹਾ ਕਿ ਉਹ ਛੇਤੀ ਨਾਲ ਚੁੱਲ੍ਹੇ 'ਤੇ ਚਾਹ ਰੱਖ ਦੇਵੇ ਅਤੇ ਆਪ ਉਹ ਸੁੱਖ ਸਾਂਦ ਪੁੱਛਣ ਲਈ ਉਹਨਾਂ ਦੇ ਕੋਲ ਜਾ ਬੈਠੀ। ਨੈਣ ਨੇ ਚਾਹ ਬਣਾਈ ਅਤੇ ਸੰਤੋਸ਼ ਅਤੇ ਸੁਰਜੀਤ ਚਾਹ ਅਤੇ ਮਠਿਆਈਆਂ ਲੈ ਕੇ ਆ ਗਈਆਂ। ਸਭ ਨੂੰ ਚਾਹ ਦੇਣ ਪਿੱਛੋਂ ਸੁਰਜੀਤ ਅਤੇ ਸੰਤੋਸ਼ ਵਾਪਸ ਮਾਮੀਆਂ ਕੋਲ ਖੜੀਆਂ ਹੋਈਆਂ ਹੀ ਸਨ ਕਿ ਇੰਨੇ ਨੂੰ ਨੈਣ ਵੀ ਆ ਗਈ। ਨੈਣ ਬੋਲੀ, ਨੀ ਮਾਮੀ, ਘਰੋਂ ਕਿੰਨੇ ਦਿਨਾਂ ਦੀ ਭੁੱਖੀ ਆਈ ਆ। ਕੁੜੇ ਦੇਖ ਤਾਂ ਸਹੀ ਕਿੱਦਾਂ ਲੱਡੂਆਂ ਦੁਆਲੇ ਹੋਈ ਪਈ ਆ। ਮਾੜਾ ਮੋਟਾ ਸਾਹ ਵੀ ਲੈ ਲੈ, ਆਲੇ ਦੁਆਲੀਆਂ ਨੂੰ ਵੀ ਪੁੱਛ ਲੈ। ਕੁੜੇ ਆਹ ਦੇਖ ਤਾਂ ਸਹੀ, ਨਾਨੀ ਵੱਲ ਨੂੰ ਕਿੱਦਾਂ ਪਿੱਠ ਕਰਕੇ ਲੱਡੂਆਂ ਦੇ ਥਾਲ ਤੇ ਟੁੱਟ ਕੇ ਪਈ। ਕੁੜੇ ਨੈਣ ਦੀ ਗੱਲ ਸੁਣ ਕੇ ਸਾਰੇ ਹੱਸ ਦੂਰੇ ਹੋ ਗਏ। ਮਾਮੀ ਬੋਲੀ, ਭੈਣ ਜੀ ਮੈਂ ਤਾਂ ਹਫਤੇ ਦਾ ਕੁਝ ਨਹੀਂ ਖਾਧਾ। ਮੈਂ ਸੋਚਿਆ ਪਰਮ ਦੇ ਵਿਆਹ 'ਤੇ ਜਾ ਕੇ ਵੀ ਤਾਂ ਕੁਝ ਖਾਣਾ। ਮਸੀਂ ਤਾਂ ਵਿਆਹ ਆਇਆ ਸੁੱਖ ਨਾਲ। ਮਾਮੀ ਦੀ ਗੱਲ ਸੁਣ ਕੇ ਫਿਰ ਤੋਂ ਸਾਰੇ ਹੱਸ ਪਏ। ਨੈਣ ਨੇ ਸੁਰਜੀਤ ਅਤੇ ਸੰਤੋਸ਼ ਨਾਲ ਮਿਲ ਕੇ ਨਾਨਕਿਆਂ ਨੂੰ ਸਿੱਠਣੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਕਿੱਧਰ ਗਈਆਂ ਵੇ ਪਰਮ ਤੇਰੀਆਂ ਨਾਨਕੀਆਂ। ਨਾਨਕੀਆਂ ਨੇ ਮੋੜਵਾ ਜਵਾਬ ਦਿੱਤਾ, ਅਸੀਂ ਹਾਜ਼ਰ ਨਾਜ਼ਰ ਪਰਮ ਤੇਰੀਆਂ ਨਾਨਕੀਆਂ। ਉਹਨਾਂ ਨੂੰ ਗਾਉਂਦੀਆਂ ਸੁਣ ਸ਼ਰੀਕੇ ਦੀਆਂ ਹੋਰ ਔਰਤਾਂ ਵੀ ਇਕੱਠੀਆਂ ਹੋ ਗਈਆਂ। ਸਿਮਰੋ ਜੋ ਨਾਨਕਿਆਂ ਦੇ ਨਾਲ ਬੈਠੀ ਸੀ ਉਸ ਨੂੰ ਵੀ ਸੰਤੋਸ਼ ਨੇ ਖਿੱਚ ਕੇ ਉਠਾ ਲਿਆ ਅਤੇ ਕਿਹਾ, ਭੈਣ ਜੀ ਸਿੱਧੀ ਹੋ ਕੇ ਇੱਧਰ ਆ ਜਾ, ਤੂੰ ਸਾਡੀ ਪਾਰਟੀ ਦੀ ਆ। ਸਿਮਰੋ ਹੱਸ ਪਈ ਅਤੇ ਉਹਨਾਂ ਦੇ ਨਾਲ ਰਲ ਕੇ ਸਿੱਠਣੀਆਂ ਦੇਣ ਲੱਗੀ। ਦੋਵੇਂ ਪਾਸਿਆਂ ਤੋਂ ਖੂਬ ਸਿੱਠਣੀਆਂ ਦਿੱਤੀਆਂ ਗਈਆਂ। ਦਾਦਕੀਆਂ ਕਿੱਥੋਂ ਆਈਆਂ ਵੇ ਪਰਮ ਨਾਨਕੀਆਂ, ਤੇਰੀਆਂ ਖਾਧੇ ਸੀ ਲੱਡੂ ਜੰਮੇ ਸੀ ਡੱਡੂ, ਹੁਣ ਛੱਪੜਾਂ 'ਤੇ ਪਾਉਂਦੀਆਂ ਵੇ ਪਰਮ ਤੇਰੀਆਂ ਨਾਨਕੀਆਂ। ਨਾਨਕੀਆਂ ਕਿੱਥੇ ਗਈਆਂ ਵੇ ਪਰਮ ਤੇਰੀਆਂ ਦਾਦਕੀਆਂ, ਉਦਲ ਗਈਆਂ ਵੇ ਪਰਮ ਦਾਦਕੀਆਂ ਤੇਰੀਆਂ। ਖਾਧੀਆਂ ਸੀ ਖਿੱਲਾਂ ਜੰਮੀਆਂ ਸੀ ਇੱਲਾਂ, ਹੁਣ ਅੰਬਰੀ ਪਾਉਂਦੀਆਂ ਵੇ ਪਰਮ ਤੇਰੀਆਂ ਦਾਦਕੀਆਂ। ਦਾਦਕੀਆਂ ਖਾਧੇ ਪਕੌੜੇ ਜੰਮੇ ਸੀ ਜੋੜੇ, ਹੁਣ ਜੋੜੇ ਖਿਡਾਉਂਦੀਆਂ ਵੇ ਪਰਮ ਤੇਰੀਆਂ ਨਾਨਕੀਆਂ। ਨਾਨਕੀਆਂ ਖਾਧੇ ਸੀ ਮਾਂ ਜੰਮੇ ਸੀ ਕਾਂ, ਹੁਣ ਕਾਂ ਕਰਦੀਆਂ ਵੇ ਪਰਮ ਦਾਦਕੀਆਂ ਤੇਰੀਆਂ। ਦਾਦਕੀਆਂ ਪੀਤੀ ਸੀ ਪਿੱਚ ਜੰਮੇ ਸੀ ਰਿੱਛ, ਹੁਣ ਰਿੱਛ ਖਿਡਾਉਂਦੀਆਂ ਵੇ ਪਰਮ ਨਾਨਕੀਆਂ ਤੇਰੀਆਂ। ਨਾਨਕੀਆਂ ਖਾਧੇ ਖਜੂਰ ਜੰਮੇ ਸੀ ਸੂਰ, ਸੂਰਾਂ ਦੇ ਗਈਆਂ ਵੇ ਪਰਮ ਦੀਆਂ ਦਾਦਕੀਆਂ ਤੇਰੀਆਂ। ਦਾਦਕੀਆਂ ਛੱਜ ਓਲੇ ਛਾਨਣੀ ਪਰਾਤ ਓਲੇ ਤਵਾ ਓਏ, ਨਾਨਕਿਆਂ ਦਾ ਮੇਲ ਆਇਆ ਸੂਰੀਆਂ ਦਾ ਰਵਾ ਓਏ। ਨਾਨਕੀਆਂ ਛੱਜ ਓਲੇ ਛਾਨਣੀ ਪਰਾਤ ਓਲੇ ਛੱਜ ਓਏ, ਦਾਦਕਿਆਂ ਦਾ ਮੇਲ ਆਇਆ ਗਾਉਣ ਦਾ ਨਾ ਚੱਜ ਓਏ। ਦਾਦਕੀਆਂ ਛੱਜ ਓਲੇ ਛਾਨਣੀ ਪਰਾਤ ਓਲੇ ਗੁੱਛੀਆਂ, ਨਾਨਕਿਆਂ ਦਾ ਮੇਲ ਆਇਆ ਸੱਭੇ ਰੰਨਾਂ ਲੁੱਚੀਆਂ। ਇਹ ਸਿੱਠਣੀ ਸੁਣ ਕੇ ਨਾਨਕਿਆਂ ਸਮੇਤ ਸਾਰੇ ਮਹਿਮਾਨ ਖਿੜਖਿੜਾ ਕੇ ਹੱਸ ਪਏ। ਸੰਤੋਸ਼ ਨੇ ਨਾਲ ਲੱਗਦੀ ਹੀ ਇੱਕ ਸਿੱਠਣੀ ਹੋਰ ਦੇ ਦਿੱਤੀ, ਛੱਜ ਓਲੇ ਛਾਨਣੀ ਪਰਾਤ ਓਲੇ ਡੋਈ ਓਏ, ਨਾਨਕਿਆਂ ਦਾ ਮੇਲ ਹੋਇਆ ਚੱਜ ਦਾ ਨਾ ਕੋਈ ਓਏ। ਸੁਰਜੀਤ ਅਤੇ ਨੈਣ ਦੇ ਨਾਲ ਲੱਗਦੇ ਹੋਰ ਬੋਲ ਚੁੱਕੇ, ਹਾਰੇ ਗਈਆਂ ਨੀ ਲੱਜੀਓ ਤੁਸੀਂ ਹਾਰੇ ਗਈਆਂ ਨੀ ਲੱਜੀਓ ਤੁਸੀਂ ਹਾਰੇ ਗਈਆਂ। ਸਿਮਰਨ ਨੇ ਕਿਹਾ, ਚਲੋ ਨਹੀਂ ਬਸ ਕਰੋ, ਹੁਣ ਚਾਹ ਵੀ ਠੰਡੀ ਹੋ ਗਈ ਹੋਣੀ ਵਿਚਾਰੀਆਂ ਦੀ, ਪੀ ਲੈਣ ਦਿਓ। ਸਾਰੇ ਮੇਲ ਨੇ ਚਾਹ ਪੀਤੀ ਅਤੇ ਫਿਰ ਬੈਠ ਕੇ ਇੱਕ ਦੂਜੇ ਨਾਲ ਹਾਸੇ ਠੱਠਿਆਂ ਦਾ ਦੌਰ ਸ਼ੁਰੂ ਹੋ ਗਿਆ। ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ। ਸਭ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਭੋਗ ਤੇ ਪਹੁੰਚੇ। ਚਾਹ ਪਾਣੀ ਦਾ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਸੀ। ਭੋਗ ਤੋਂ ਬਾਅਦ ਗੁਰਬਾਣੀ ਕੀਰਤਨ ਹੋਣ ਲੱਗਾ। 11 ਕੁ ਵਜੇ ਕੁੜੀ ਵਾਲੇ ਕੁੜਮਾਈ ਪਾਉਣ ਆ ਗਏ। ਗੁਰੂ ਦੀ ਹਜ਼ੂਰੀ ਵਿੱਚ ਪਰਮ ਨੂੰ ਕੁੜਮਾਈ ਪਾਈ ਗਈ। ਜਦੋਂ ਧਰਮ ਸਿੰਘ ਨੇ ਉਸਦੇ ਕੁੜਮ ਨੇ ਮੁੰਦੀ ਪਾਉਣੀ ਚਾਹੀ ਤਾਂ ਧਰਮ ਸਿੰਘ ਨੇ ਆਪਣੇ ਦੋਵੇਂ ਹੱਥ ਜੋੜ ਕੇ ਕਿਹਾ, ਸਰਦਾਰ ਸਾਹਿਬ ਮਾਫ਼ ਕਰਿਓ, ਪਰ ਇਹ ਮੇਰੇ ਅਸੂਲਾਂ ਦੇ ਬਿਲਕੁਲ ਖਿਲਾਫ। ਅਸੀਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਨੂੰ ਕੁਝ ਨਹੀਂ ਚਾਹੀਦਾ। ਮੈਂ ਬਿਲਕੁਲ ਵੀ ਨਹੀਂ ਲੈ ਸਕਦਾ। ਪਰਮ ਦੇ ਸਹੁਰੇ ਨੇ ਬਹੁਤ ਕਹਿਣ 'ਤੇ ਵੀ ਧਰਮ ਸਿੰਘ ਦੀ ਟਸ ਤੋਂ ਮਸ ਨਾ ਹੋਇਆ ਤਾਂ ਉਸਨੇ ਮੁੰਦਰੀ ਵਾਪਸ ਥਾਲ ਵਿੱਚ ਰੱਖ ਦਿੱਤੀ। ਉਹਨਾਂ ਦੇ ਨਾਲ ਆਈ ਹੋਈ ਔਰਤ, ਜੋ ਸ਼ਾਇਦ ਕੁੜੀ ਦੀ ਭੂਆ ਸੀ, ਨੇ ਸਿਮਰੋ ਨੂੰ ਵਾਲੀਆਂ ਵਾਲੀ ਡੱਬੀ ਫੜਾਉਣੀ ਚਾਹੀ ਤਾਂ ਸਿਮਰੋ ਨੇ ਵੀ ਡੱਬੀ ਫੜਨ ਤੋਂ ਕੋਰੀ ਨਾ ਕਰ ਦਿੱਤੀ ਅਤੇ ਕਿਹਾ, ਭੈਣ ਜੀ ਅਸੀਂ ਬਾਰ-ਬਾਰ ਕਿਹਾ ਸੀ ਕਿ ਸਾਨੂੰ ਕੁੜੀ ਤੋਂ ਇਲਾਵਾ ਕੁਝ ਨਹੀਂ ਚਾਹੀਦਾ, ਫਿਰ ਬਾਰ-ਬਾਰ ਇਹ ਸਭ ਕਰਕੇ ਸਾਨੂੰ ਸ਼ਰਮਿੰਦਾ ਨਾ ਕਰੋ। ਕੁੜੀ ਦੀ ਭੂਆ ਨੇ ਵੀ ਵਾਲੀਆਂ ਦੀ ਡੱਬੀ ਵਾਪਸ ਕੁੜਮਣੀ ਦੇ ਥਾਲ ਵਿੱਚ ਰੱਖ ਦਿੱਤੀ। ਕੁੜਮਾਈ ਦੀ ਰਸਮ ਤੋਂ ਬਾਅਦ ਅਰਦਾਸ ਹੋਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਅਦਬ ਨਾਲ ਗੱਡੀ ਵਿੱਚੋਂ ਗੁਰਦੁਆਰਾ ਸਾਹਿਬ ਲਈ ਰਵਾਨਾ ਕਰ ਦਿੱਤਾ ਗਿਆ। ਆਏ ਮਹਿਮਾਨਾਂ ਨੂੰ ਖਾਣਾ ਖਵਾਇਆ ਗਿਆ। ਫਿਰ ਕੁੜੀ ਦੇ ਕੱਪੜੇ ਗਹਿਣੇ ਉਸਦੇ ਭਰਾ ਦੀ ਝੋਲੀ ਪਾ ਕੇ ਸਿਮਰੋ ਨੇ ਉਸਨੂੰ ਸ਼ਗਨ ਦਿੱਤਾ। ਕੁੜੀ ਦੀ ਭੂਆ ਨੇ ਕਿਹਾ, ਭੈਣ ਜੀ ਬਰਾਤ ਸਵੇਰ ਨੂੰ ਟਾਈਮ ਨਾਲ ਹੀ ਤੋਰ ਦਿਓ, ਲੇਟ ਨਾ ਕਰਿਓ।
ਸਿਮਰਨ ਨੇ ਕਿਹਾ, ਤੁਸੀਂ ਬੇਫਿਕਰ ਰਹੋ, ਟਾਈਮ ਨਾਲ ਹੀ ਪਹੁੰਚ ਜਾਊ ਬਰਾਤ। ਹੌਲਦਾਰ ਸਾਹਿਬ ਟਾਈਮ ਦੇ ਬਹੁਤ ਪਾਬੰਦ ਆ। ਸਿੰਨੋ ਜੋ ਲਾਗੇ ਹੀ ਖੜੀ ਸੀ ਬੋਲੀ, ਪੁੱਤ ਤੂੰ ਜਮਾ ਫਿਕਰ ਨਾ ਕਰ, ਇਸ ਮਾਮਲੇ ਵਿੱਚ ਸਾਡੀ ਹੌਲਦਾਰਨੀ ਵੀ ਬੜੀ ਠੰਡੀ ਹੋਈ ਆ। ਕੁੜੀ ਦੀ ਭੂਆ ਹੱਸ ਬੋਲੀ ਅਤੇ ਸਿੰਨੋ ਨੂੰ ਬੋਲੀ, ਆਹ ਮਾਸੀ, ਇਹ ਗੱਲ ਤਾਂ ਮੰਨਣੀ ਪਊ। ਭੂਆ ਨੇ ਕੁੜੀ ਦੇ ਭਰਾ ਦੀ ਝੋਲੀ ਦਾ ਸਮਾਨ ਇਕੱਠਾ ਕਰਕੇ ਇੱਕ ਬੈਗ ਵਿੱਚ ਪਾਇਆ ਅਤੇ ਆਏ ਮਹਿਮਾਨਾਂ ਦੇ ਨਾਲ ਵਿਦਾ ਹੋ ਗਏ। ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਪਿੰਡ ਦੇ ਲੋਕ ਖਾਣਾ ਖਾ ਕੇ ਚਲੇ ਗਏ, ਸਿਮਰਨ ਨੂੰ ਉਸਦੀ ਭਰਜਾਈ ਨੇ ਨਾਨਕੀ ਸ਼ੱਕ ਦਿਖਾਉਣ ਲਈ ਕਿਹਾ ਤਾਂ ਸਿਮਰਨ ਨੇ ਝਟਪਟ ਮੰਜੇ ਢਾ ਦਿੱਤੇ। ਮਾਮੀਆਂ ਨੇ ਅਟੈਚੀਆਂ ਵਿੱਚੋਂ ਪਰਮ ਦੀ ਵਹੁਟੀ ਲਈ ਲਿਆਂਦਾ ਸੈੱਟ ਅਤੇ ਕੱਪੜੇ ਤਰਤੀਬ ਨਾਲ ਰੱਖ ਦਿੱਤੇ। ਆਪਣੇ ਸੂਟ ਨੂੰ ਦੇਖ ਕੇ ਸਿੰਨੋ ਦੇ ਝੁਰੜੀਆਂ ਨਾਲ ਭਰੇ ਚਿਹਰੇ ਅਤੇ ਅੱਖਾਂ ਵਿੱਚ ਚਮਕ ਆ ਗਈ ਤੇ ਬੋਲੀ, ਰਾਜੀ ਰਹੋ ਭਾਈ, ਬਹੁਤ ਸੋਹਣਿਆ ਨਾਨਕੀ ਸ਼ੱਕ ਤਾਂ। ਜਿਉਂਦੇ ਰਹਿਣ ਕਮਾਉਣ ਵਾਲੇ ਤੇ ਲਿਆਉਣ ਵਾਲੇ। ਹੋਰ ਸ਼ਰੀਕੇ ਵਾਲਿਆਂ ਨੇ ਵੀ ਨਾਨਕੀ ਸ਼ੱਕ ਦੀ ਬਹੁਤ ਤਾਰੀਫ ਕੀਤੀ। ਚੰਨੀ, ਸੰਤੋਸ਼, ਸੁਰਜੀਤ ਅਤੇ ਹੋਰ ਸ਼ਰੀਕੇ ਦੀਆਂ ਔਰਤਾਂ ਨੇ ਗਾਉਣਾ ਸ਼ੁਰੂ ਕੀਤਾ, ਨਾਨਕੀ ਸ਼ੱਕ ਬਈ ਨਾਨਕੀ ਸ਼ੱਕ, ਦੇਖੋ ਬਈ ਲੋਕੋ ਨਾਨਕੀ ਸ਼ੱਕ, ਮਾਮੇ ਨੇ ਧਰ ਦਿੱਤੀ ਮਾਮੀ ਦੀ ਲੱਤ, ਮਾਮਾ ਰੱਖ ਰੁਪਈਆ ਚੱਕ ਲੈ ਲੱਤ, ਸਾਨੂੰ ਆਉਂਦੀ ਆ ਲੱਜ, ਚਾਚੇ ਨੇ ਧਰ ਦਿੱਤੇ 100 ਤੇ 60, ਬਾਈ 100 ਤੇ 60। ਫਿਰ ਗਿੱਧੇ ਤੇ ਬੋਲੀਆਂ ਦਾ ਦੌਰ ਸ਼ੁਰੂ ਹੋ ਗਿਆ। ਪਰਮ ਦੀ ਮਾਮੀ ਨਿਕਲ ਚੱਲੀ ਲੈ ਕੇ ਕੱਚ ਚ ਪਾਵੇ, ਗਵਾਂਢੀਓ ਰੱਖਿਓ ਕਿ ਰੱਖਣੀ ਕੇ ਜਾਵੇ। ਹੁਣ ਨਾਨਕਿਆਂ ਨੇ ਵੀ ਮੋੜ ਦਿੱਤਾ। ਪਰਮ ਦੀ ਚਾਚੀ ਨਿਕਲ ਚੱਲੀ ਕੱਚ ਚ ਲੈ ਕੇ ਡੋਲੂ, ਗਵਾਂਢੀਓ ਲੈ ਗਈ ਸਾਡਾ ਪੋਲੂ। ਇਹ ਬੋਲੀ ਸੁਣ ਕੇ ਨਾਨਕੇ ਦਾਦਕੇ ਸਾਰੇ ਹੱਸ-ਹੱਸ ਕੇ ਦੂਰੇ ਹੋ ਗਏ। ਫਿਰ ਸੁਰਜੀਤ ਨੇ ਬੋਲੀ ਪਾਈ, ਪਰਮ ਦੀ ਮਾਮੀ ਨਿਕਲ ਚੱਲੀ ਲੈ ਕੇ ਕੱਚ ਚ ਚਾਕੂ, ਗਵਾਂਢੀਓ ਲੈ ਗਈ ਸਾਡਾ ਬਾਪੂ। ਦੁਬਾਰਾ ਸਾਰੇ ਵਿਹੜੇ ਵਿੱਚ ਹਾਸਾ ਗੂੰਜਣ ਲੱਗ ਪਿਆ। ਇਸ ਤਰ੍ਹਾਂ ਬਹੁਤ ਦੇਰ ਤੱਕ ਇੱਕ ਦੂਜੇ ਨੂੰ ਟਿਚਰਾਂ ਕਰਕੇ ਨਾਨਕੀਆਂ ਦਾਦਕੀਆਂ ਹੱਸਦੀਆਂ ਗਾਉਂਦੀਆਂ ਰਹੀਆਂ। ਫਿਰ ਸਿੰਨੋ ਦੇ ਕਹਿਣ 'ਤੇ ਸਿਮਰੋ ਨੇ ਮੰਜਿਆਂ ਤੋਂ ਕੱਪੜੇ ਅਤੇ ਗਹਿਣੇ ਚੁੱਕੇ ਅਤੇ ਅਮਨ ਨੂੰ ਸੰਭਾਲ ਦਿੱਤੇ। ਦੂਜਾ ਮਾਈਆ ਸੁਰਜੀਤ ਦੇ ਘਰ ਸੀ, ਇਸ ਕਰਕੇ ਸੁਰਜੀਤ ਅਮਨ ਅਤੇ ਬਿੰਦੂ ਨੂੰ ਨਾਲ ਲੈ ਕੇ ਆਪਣੇ ਘਰ ਮਾਈਏ ਦੀ ਤਿਆਰੀ ਕਰਨ ਲਈ ਚਲੀ ਗਈ। ਸਿਮਰੋ ਨੇ ਨੈਣ ਨੂੰ ਚਾਹ ਬਣਾਉਣ ਲਈ ਕਿਹਾ ਅਤੇ ਆਪ ਹੋਰ ਸਮਾਨ ਸੰਭਾਲਣ ਵਿੱਚ ਰੁੱਝ ਗਈ। ਅਮਨ ਨੇ ਵਾਪਸ ਆ ਕੇ ਆਪਣੀ ਧੀ ਨੂੰ ਤਿਆਰ ਕੀਤਾ ਅਤੇ ਆਪ ਵੀ ਤਿਆਰ ਹੋ ਗਈ। ਫਿਰ ਸਾਰਾ ਮੇਲ ਪਰਮ ਨੂੰ ਲੈ ਕੇ ਸੁਰਜੀਤ ਦੇ ਘਰ ਪਹੁੰਚ ਗਿਆ। ਮਾਈਆ ਲਾਉਣ ਤੋਂ ਬਾਅਦ ਹੁਣ ਬਾਰੀ ਸੀ ਰੰਗੋਲੀ ਨੂੰ ਪੂਰਨ ਦੀ। ਸੁਰਜੀਤ ਜਿਵੇਂ ਹੀ ਬੈਠੀ, ਮਾਮੀ ਨੇ ਪਿੱਛੋਂ ਆ ਕੇ ਉਸਦਾ ਸਿਰ ਫੜ ਕੇ ਰੰਗੋਲੀ 'ਤੇ ਲਾ ਦਿੱਤਾ। ਸੁਰਜੀਤ ਹੱਸਦੀ ਹੋਈ ਸਿੱਧੀ ਹੋਈ ਅਤੇ ਉਸਦੇ ਮੂੰਹ ਦਾ ਨਕਸ਼ਾ ਦੇਖ ਸਾਰਾ ਮੇਲ ਹੱਸਣ ਲੱਗਾ। ਸੁਰਜੀਤ ਨੇ ਪਾਣੀ ਨਾਲ ਰੰਗੋਲੀ ਗਿੱਲੀ ਕੀਤੀ ਅਤੇ ਦਰਵਾਜ਼ੇ 'ਤੇ ਹੱਥ ਲਾ ਕੇ ਮਾਮੀ ਦੇ ਪਿੱਛੇ ਦੌੜੀ ਅਤੇ ਥੋੜ੍ਹੀ ਦੂਰ ਜਾ ਕੇ ਮਾਮੀ ਨੂੰ ਫੜ ਲਿਆ। ਉਸਦਾ ਸਾਰਾ ਮੂੰਹ ਸਿਰ ਇੱਕੋ ਜਿਹਾ ਕਰ ਦਿੱਤਾ। ਹੱਸਦੀ ਹੋਈ ਵਾਪਸ ਆ ਗਈ। ਸਿਮਰੋ ਨੇ ਜਾਗੋ ਦੀ ਤਿਆਰੀ ਬੜੀ ਰੀਝ ਨਾਲ ਕੀਤੀ। ਗਾਗਰ ਦੇ ਆਸੇ-ਪਾਸੇ ਆਟੇ ਦੇ ਦੀਵੇ ਲਾ ਕੇ ਉਹਨਾਂ ਵਿੱਚ ਤੇਲ ਪਾ ਲਿਆ। ਬੜੀ ਮਾਮੀ ਨੇ ਗਾਗਰ ਚੁੱਕ ਕੇ ਸਿਰ 'ਤੇ ਰੱਖੀ ਅਤੇ ਛੋਟੀ ਨੇ ਘੁੰਗਰੂਆਂ ਵਾਲਾ ਖੁੰਡਾ ਚੁੱਕਿਆ ਅਤੇ ਦਰਵਾਜ਼ੇ ਤੋਂ ਬਾਹਰ ਗਲੀ ਵਿੱਚ